ਵਿਦਿਆਰਥੀਓ, ਅੱਜ ਆਪਾਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ NCERT ਮੈਥਸ ਦੀ ਬੁੱਕ ਜਿਸ ਦਾ ਕਿ ਆਪਾਂ ਚੈਪਟਰ ਨੰਬਰ 9th ਕਰਾਂਗੇ। ਜਿਸ ਤਰ੍ਹਾਂ ਕਿ ਆਪਾਂ ਆਪਣੇ ਜੀਵਨ ਵਿੱਚ ਵੇਖਦੇ ਹਾਂ ਕਿ ਕਈ ਵਾਰ ਕੁਝ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਮਾਪਣ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਅਸੀਂ ਕਈ ਵਾਰ ਕਿਹਨਾਂ ਚੀਜ਼ਾਂ ਦੇ ਨਾਲ ਮਾਪਦੇ ਹਾਂ। ਫੁੱਟੇ ਦੀ ਵਰਤੋਂ, ਮਤਲਬ ਕਿ ਅਸੀਂ ਸਕੇਲ ਦੀ ਵਰਤੋਂ ਕਰਦੇ ਹਾਂ, ਜਾਂ ਫਿਰ ਪੁਰਾਣੇ ਸਮੇਂ ਵਿੱਚ ਅਸੀਂ ਕੋਈ ਰੱਸੀ ਜਾਂ ਫੀਤਾ ਲੈ ਲੈਂਦੇ ਸੀ ਜਿਸ ਨਾਲ ਕਿਸੇ ਚੀਜ਼ ਨੂੰ ਮਾਪ ਕੇ ਉਹਦੀ ਲੈਂਥ ਕੱਢ ਲਈ ਜਾਂਦੀ ਸੀ। ਇਸ ਤਰ੍ਹਾਂ ਹੀ ਸਾਡੇ ਕੋਲ ਕੁਝ ਅਲੱਗ-ਅਲੱਗ ਫਿਗਰਸ ਹੁੰਦੀਆਂ ਸੀ। ਕਈਆਂ ਦੀ ਸ਼ੇਪ ਕੀ ਹੁੰਦੀ, ਸਾਡੇ ਕੋਲ ਗੋਲਾਕਾਰ ਬਣੀ ਹੁੰਦੀ ਸੀ, ਜਾਂ ਕੋਈ ਆਕਾਰ ਸਾਡੇ ਕੋਲ ਇਸ ਤਰ੍ਹਾਂ ਦੀ ਆਕ੍ਰਿਤੀ ਦਾ ਹੁੰਦਾ ਸੀ, ਜਾਂ ਕਈ ਵਾਰ ਇਸ ਤਰ੍ਹਾਂ ਦੇ ਆਕਾਰ ਆ ਜਾਂਦੇ ਸਨ, ਜਾਂ ਫਿਰ ਕੋਈ ਸਿੱਧੀ ਜਾਂ ਜ਼ਿਆਦਾ ਟੇਢੀ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਫਿਗਰਸ ਜਾਂ ਆਕ੍ਰਿਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਸਨ। ਇਹਨਾਂ ਨੂੰ ਅਸੀਂ ਜਿਓਮੈਟਰੀਕਲ ਫਿਗਰਸ ਕਹਿੰਦੇ ਹਾਂ। ਜਿਓਮੈਟਰੀਕਲ ਫਿਗਰਸ, ਜਮਾਇਤੀ ਆਕ੍ਰਿਤੀਆਂ। ਤੁਹਾਡੇ 9th ਦੀ ਬੁੱਕ ਦੇ ਵਿੱਚ ਆਪਣੇ ਕੋਲ ਇੱਕ ਚੈਪਟਰ 5th ਆਉਂਦਾ ਹੈ ਜਿਸ ਦਾ ਨਾਂ ਹੈ ਅਧਿਆਇ 5 ਯੂਕਲਿਡ ਜਿਓਮੈਟਰੀ ਜਿਹਨੂੰ ਕਹਾਂਗੇ। ਇੱਥੇ ਸਾਡੇ ਕੋਲ ਦੋ ਸ਼ਬਦ ਨੇ, ਇੱਕ ਯੂਕਲਿਡ ਆਉਂਦਾ, ਇੱਕ ਜਿਓਮੈਟਰੀ ਆਉਂਦਾ। ਯੂਕਲਿਡ ਕੀ ਆ? ਇੱਕ ਹਿਸਾਬਦਾਨ ਮੈਥੇਮੈਟੀਸ਼ੀਅਨ ਹੋਏ ਹਨ ਜਿਨ੍ਹਾਂ ਨੇ ਸਾਨੂੰ ਜਿਓਮੈਟਰੀ ਦੀਆਂ ਬੇਸਿਕ ਚੀਜ਼ਾਂ ਬਾਰੇ ਦੱਸਿਆ, ਜਾਣਕਾਰੀ ਦਿੱਤੀ ਹੈ। ਜਿਓਮੈਟਰੀ ਸ਼ਬਦ ਜੋ ਹੈ, ਜਿਓਮੈਟਰੀ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਜੀਓ ਪਲੱਸ ਮੈਟਰੀ। ਜਿਓਮੈਟਰੀ ਸ਼ਬਦ ਸਾਡੇ ਕੋਲ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਵਿੱਚ ਜੀਓ ਦਾ ਅਰਥ ਹੈ ਧਰਤੀ ਜਾਂ ਪ੍ਰਿਥਵੀ ਕਹਿ ਸਕਦੇ ਹਾਂ। ਦੂਸਰਾ ਸ਼ਬਦ ਸਾਡੇ ਕੋਲ ਹੈ ਮੈਟਰੇਨ ਜਿਸ ਦਾ ਅਰਥ ਹੈ ਮਾਪਣਾ। ਇਸ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਜਿਓਮੈਟਰੀ ਸ਼ਬਦ ਦਾ ਅਰਥ ਧਰਤੀ ਨੂੰ ਮਾਪਣ ਦੇ ਲਈ ਹੀ ਵਰਤਿਆ ਹੋਵੇ। ਕਿਸ ਨੂੰ ਮਾਪਣ ਦੇ ਲਈ? ਧਰਤੀ ਨੂੰ ਮਾਪਣ ਲਈ। ਇਸ ਤਰ੍ਹਾਂ ਯੂਕਲਿਡ ਨੇ ਸਾਨੂੰ ਕੁਝ ਜਿਓਮੈਟਰੀ ਦੇ ਛੋਟੇ-ਛੋਟੇ ਪੁਆਇੰਟਸ, ਕੁਝ ਪਰਿਭਾਸ਼ਾਵਾਂ ਦਿੱਤੀਆਂ ਹਨ। ਜਿਵੇਂ ਕਿ ਯੂਕਲਿਡ ਤੋਂ ਪਹਿਲਾਂ ਕੁਝ ਮੈਥੇਮੈਟੀਸ਼ੀਅਨ ਹੋਏ ਹਨ, ਹਿਸਾਬਦਾਨ ਹੋਏ ਹਨ, ਜਿਵੇਂ ਕਿ ਥੀਲਸ ਦੀ ਗੱਲ ਕਰਦੇ ਹਾਂ ਆਪਾਂ। ਥੀਲਸ ਹੋ ਗਏ, ਪਾਇਥਾਗੋਰਸ ਹੋ ਗਏ, ਹੋਰ ਵੀ ਮੈਥੇਮੈਟੀਸ਼ੀਅਨ। ਯੂਕਲਿਡ ਨੇ ਕੀ ਕੀਤਾ ਕਿ ਇਹਨਾਂ ਸਾਰੇ ਮੈਥੇਮੈਟੀਸ਼ੀਅਨ ਦੀਆਂ ਜੋ ਧਾਰਨਾਵਾਂ ਸੀ ਸਾਰਿਆਂ ਨੂੰ ਇਕੱਠੀਆਂ ਕਰਕੇ ਆਪਣੀ ਇੱਕ ਜੋ ਧਾਰਨਾਵਾਂ ਜਾਂ ਕਿਤਾਬਾਂ ਜੋ ਲਿਖੀਆਂ, ਜਿਨ੍ਹਾਂ ਦੇ ਵਿੱਚ ਉਹਨੇ ਸਾਨੂੰ ਜਿਓਮੈਟਰੀ ਦੇ ਬੇਸਿਕ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਕੁਝ ਪੁਆਇੰਟ ਆਪਾਂ ਲਿਖੇ ਹੋਏ ਨੇ, ਵੇਖੋ, ਬਿੰਦੂ ਲਿਖਿਆ, ਰੇਖਾ ਲਿਖੀ, ਸਿੱਧੀ ਰੇਖਾ ਲਿਖੀ, ਸਤ੍ਹਾ ਲਿਖਿਆ, ਕਿਨਾਰਾ ਲਿਖਿਆ, ਪਲੇਨ ਸਰਫੇਸ ਲਿਖਿਆ। ਬਿੰਦੂ ਦੀ ਗੱਲ ਕਰੀਏ ਜਿਸ ਨੂੰ ਆਪਾਂ ਇੰਗਲਿਸ਼ 'ਚ ਬੋਲਦੇ ਹਾਂ ਪੁਆਇੰਟ। ਇਸ ਦਾ ਮਤਲਬ ਕੋਈ ਵੀ ਇੱਕ ਛੋਟੇ ਤੋਂ ਛੋਟਾ ਡਾਟ ਜਾਂ ਬਿੰਦੂ ਆਪਾਂ ਲਗਾਉਂਦੇ ਹਾਂ ਕਿ ਬਿੰਦੂ ਕਿਸ ਨੂੰ ਕਹਿੰਦੇ ਹਨ? ਜਿਸ ਦੀ ਲੰਬਾਈ, ਚੌੜਾਈ ਤੇ ਮੋਟਾਈ ਨੂੰ ਮਾਪਣਾ ਸੰਭਵ ਨਾ ਹੋਵੇ। ਫਿਰ ਲਿਖਿਆ ਸੀ ਰੇਖਾ। ਲਾਈਨ ਦਾ ਮਤਲਬ ਹੈ ਕੋਈ ਵੀ ਇੱਕ ਸਿੱਧੀ ਰੇਖਾ ਜਿਸ ਦੇ ਦੋ ਸਿਰਿਆਂ 'ਤੇ ਤੀਰ ਲੱਗੇ ਹੋਣ। ਇਸ ਦਾ ਮਤਲਬ ਹੈ ਕਿ ਇਸ ਰੇਖਾ ਨੂੰ ਅਸੀਂ ਦੋਵਾਂ ਸਾਈਡਾਂ 'ਤੇ ਵਧਾ ਸਕਦੇ ਹਾਂ। ਸਿੱਧੀ ਰੇਖਾ, ਸਟ੍ਰੇਟ ਲਾਈਨ। ਸਿੱਧੀ ਰੇਖਾ ਦਾ ਮਤਲਬ ਹੈ ਕਿ ਕੋਈ ਵੀ ਦੋ ਬਿੰਦੂ ਤੁਹਾਡੇ ਕੋਲ ਦਿੱਤੇ ਹੋਣਗੇ। ਮੰਨ ਲਓ ਬਿੰਦੂ A ਦਿੱਤਾ ਹੈ, B ਦਿੱਤਾ ਹੈ। ਇਹਨਾਂ ਦੋਵਾਂ ਬਿੰਦੂਆਂ ਨੂੰ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਇੱਕ ਸਿੱਧੀ ਰੇਖਾ ਤਿਆਰ ਹੁੰਦੀ ਹੈ। ਇਸ ਤਰ੍ਹਾਂ ਦਿੱਤੇ ਹੋਏ ਨੇ, ਮਤਲਬ ਕਿ P, Q ਪੁਆਇੰਟ। ਇਹਨਾਂ ਪੁਆਇੰਟਸ ਨੂੰ ਵੀ ਆਪਾਂ ਮਿਲਾਇਆ ਤਾਂ ਆਪਣੇ ਕੋਲ ਇੱਕ ਸਿੱਧੀ ਰੇਖਾ। ਫਿਰ ਆਉਂਦੀ ਹੈ ਸਤ੍ਹਾ। ਸਤ੍ਹਾ ਇੱਕ ਉਹ ਸਰਫੇਸ ਹੁੰਦਾ ਹੈ ਜਿਸ ਦੀ
ਲੰਬਾਈ ਅਤੇ ਚੌੜਾਈ ਹੋਵੇ। मतलब कि दो चीज़ां दित्तियां होंदियां ने अपने को, लेंथ एंड ब्रैथ। इस दियां कुछ उदाहरण अपने को हुई होण तां इस दी मतलब कि इस दे विच अपने को किहड़ी चीज़ नहीं हुंदी, मोटाई। मोटाई अपने कोल इस विच नहीं हुंदी। थिकनैस, थिकनैस साडे को नहीं पाई जाती। किनारे, कोई भी आकृति, कोई भी कमरा, मतलब कि अपना क्लासरूम है, आप क्लासरूम बैठे हैं तो उसके जो भी किनारे हैं, जो भी नुकरां सीधियां आपां नूं वर्टिकली ਜਾਂ ਖੜਵੀਆਂ ਰੇਖਾਵਾਂ ਦੇ ਵਿੱਚ ਦਿਸਦੀਆਂ ਹਨ। ਕਮਰੇ ਦੇ ਚਾਰੋਂ ਸਾਈਡ ਦੇਖੋਗੇ ਤੁਹਾਨੂੰ ਚਾਰ ਖੂੰਜੇ ਦਿਖਣਗੇ ਅਤੇ ਉਹਨਾਂ ਦੀਆਂ ਉਚਾਈਆਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਕਿਨਾਰੇ ਕਹਾਂਗੇ। ਪਲੇਨ ਸਰਫੇਸ। ਫਿਰ ਆਉਂਦਾ ਆਪਣੇ ਕੋਲ ਪਲੇਨ ਸਰਫੇਸ। ਸਰਫੇਸ ਮਤਲਬ ਕਿ ਅਸੀਂ ਪੜ੍ਹ ਚੁੱਕੇ ਹਾਂ ਇਸ ਦੀ ਲੰਬਾਈ ਅਤੇ ਚੌੜਾਈ ਹੋਵੇ ਜਿਸ ਵਿੱਚ ਮੋਟਾਈ ਨਾ ਦਿੱਤੀ ਹੋਵੇ। ਪਲੇਨ ਕੀ ਆਉਂਦਾ ਹੈ ਕਿ ਉਹ ਚੀਜ਼ ਬਿਲਕੁਲ ਪਲੇਨ ਹੁੰਦੀ ਹੈ, ਜਿਸ ਤਰ੍ਹਾਂ ਕਿ ਅਸੀਂ ਗਰਾਫ ਵਿੱਚ ਅਸੀਂ ਬਣਾਉਂਦੇ ਹਾਂ ਜਿਸ ਨੂੰ ਅਸੀਂ ਪਲੇਨ ਬੋਲਦੇ ਹਾਂ, ਜਿਸ ਦੇ ਅਸੀਂ ਪੁਆਇੰਟਸ। ਇਸ ਤੋਂ ਬਾਅਦ ਜੇਕਰ ਆਪਾਂ ਆਪਣੇ ਰੋਜ਼ਾਨਾ ਜੀਵਨ ਦੀ ਗੱਲ ਕਰੀਏ ਤਾਂ ਸਾਨੂੰ ਆਪਣੇ ਜੀਵਨ ਵਿੱਚ ਕੁਝ ਅਜਿਹੀਆਂ ਧਾਰਨਾਵਾਂ ਵੇਖਣ ਨੂੰ ਮਿਲਦੀਆਂ ਹਨ। ਧਾਰਨਾਵਾਂ, ਸਟੇਟਮੈਂਟਸ। ਹੁਣ ਜੋ ਸਟੇਟਮੈਂਟਸ ਨੇ ਉਹ ਵੀ ਹੁੰਦੀਆਂ ਨੇ, ਆਪਾਂ ਪੜ੍ਹਾਂਗੇ ਕਿ ਸਟੇਟਮੈਂਟਸ ਕੀ ਹੁੰਦੀਆਂ ਨੇ। ਆਪਾਂ ਵੇਖਦੇ ਹਾਂ ਜਾਂ ਸੁਣਦੇ ਹਾਂ ਆਪਣੇ ਜੀਵਨ ਦੇ ਵਿੱਚ, ਜਾਂ ਤਾਂ ਆਪਾਂ ਸੱਚ ਬੋਲਦੇ ਹਾਂ ਜਾਂ ਆਪਾਂ ਝੂਠ ਬੋਲਦੇ ਹਾਂ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਹੋ ਸਕਦਾ ਹੈ। ਇਹ ਤਿੰਨ ਸ਼ਬਦ ਨੇ। ਸੱਚ ਮਤਲਬ ਕਿ ਉਹ ਚੀਜ਼ ਆਪਣੇ ਆਪ ਵਿੱਚ ਸਪਸ਼ਟ ਹੈ ਜੋ ਵੀ ਤੁਸੀਂ ਕਿਹਾ ਹੈ। ਮਤਲਬ ਕਿ ਜੇ ਆਪਾਂ ਕਹੀਏ ਕਿ ਖੰਡ ਮਿੱਠੀ ਹੁੰਦੀ ਹੈ, ਹਾਂਜੀ ਖੰਡ ਮਿੱਠੀ ਹੁੰਦੀ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਖੰਡ ਨੂੰ ਖਾਧਾ ਜਾਵੇ ਤਾਂ ਖੰਡ ਮਿੱਠੀ ਹੁੰਦੀ ਹੈ। ਝੂਠ, ਖੰਡ ਦਾ ਸਵਾਦ ਕੌੜਾ ਹੁੰਦਾ ਹੈ। ਝੂਠ ਹੈ ਸਪਸ਼ਟ, ਕੌੜਾ ਨਹੀਂ ਹੁੰਦਾ, ਖੰਡ ਦਾ ਸਵਾਦ ਮਿੱਠਾ ਹੁੰਦਾ ਹੈ। ਜਾਂ ਫਿਰ ਜੇ ਆਪਾਂ ਕਹੀਏ ਕਿ ਹੋ ਸਕਦਾ ਖੰਡ ਨਮਕੀਨ ਹੋਵੇ, ਜੇ ਹੋ ਸਕਦਾ ਖੰਡ ਮਿੱਠੀ ਹੋਵੇ। ਆਪਾਂ ਇਸ ਤਰ੍ਹਾਂ ਕੋਈ ਵੀ ਤਿੰਨ ਧਾਰਨਾਵਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ। ਪਰ ਆਪਾਂ ਗਣਿਤ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਿਰਫ ਦੋ ਹੀ ਧਾਰਨਾਵਾਂ, ਦੋ ਹੀ ਸਟੇਟਮੈਂਟਸ ਹੁੰਦੀਆਂ ਹਨ। ਗਣਿਤ ਵਿੱਚ ਸਿਰਫ ਦੋ ਧਾਰਨਾਵਾਂ, ਜਾਂ ਤਾਂ ਕੋਈ ਚੀਜ਼ ਸੱਚ ਹੋ ਸਕਦੀ ਹੈ ਜਾਂ ਫਿਰ ਕੋਈ ਚੀਜ਼ ਝੂਠ ਹੋ ਸਕਦੀ ਹੈ। ਸੱਚ ਦਾ ਮਤਲਬ ਆਪਾਂ ਲਾ ਲਓ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਠੀਕ ਹੈ ਜੀ। ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਦੂਸਰੀ ਚੀਜ਼, ਧਰਤੀ ਚੰਦਰਮਾ ਦੁਆਲੇ ਘੁੰਮਦੀ ਹੈ। ਹੁਣ ਇਹ ਸੱਚ ਆ ਕਿ ਹਾਂਜੀ ਦਿਨ ਰਾਤ ਕਿਵੇਂ ਬਣਦੇ ਨੇ, ਕਿਉਂਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਝੂਠ ਕੀ ਆ ਕਿ ਚੰਦਰਮਾ, ਆਪਾਂ ਸਾਰਿਆਂ ਨੂੰ ਪਤਾ ਕਿ ਚੰਦਰਮਾ ਧਰਤੀ ਦਾ ਇੱਕ ਕੁਦਰਤੀ ਉਪਗ੍ਰਹਿ ਹੈ ਜੋ ਧਰਤੀ ਦੀ ਪਰਿਕਰਮਾ ਕਰਦਾ ਹੈ ਅਤੇ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ। ਪਰ ਆਪਾਂ ਇੱਥੇ ਕਹਿ ਰਹੇ ਹਾਂ ਧਰਤੀ ਚੰਦਰਮਾ ਦੁਆਲੇ ਘੁੰਮਦੀ ਹੈ, ਜੋ ਕਿ ਬਿਲਕੁਲ ਝੂਠ ਹੈ। ਇਸ ਤਰ੍ਹਾਂ ਜੇਕਰ ਇਹ ਸੱਚ ਦੀ ਗੱਲ ਕਰੀਏ ਤਾਂ ਸੱਚ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਯੂਨੀਵਰਸਲ, ਵਿਆਪਕ। ਦੂਸਰਾ ਜਿਸ ਨੂੰ ਸਿੱਧ ਕਰਨ ਲਈ ਸਬੂਤ ਦੀ ਲੋੜ ਹੋਵੇ। ਹੁਣ ਅਸੀਂ ਦੋ ਸ਼ਬਦ ਲਿਖਣੇ, ਯੂਨੀਵਰਸਲ ਅਤੇ ਜਿਸ ਨੂੰ ਸਿੱਧ ਕਰਨ ਦੇ ਲਈ ਸਬੂਤ ਦੀ ਲੋੜ ਹੋਵੇ। ਯੂਨੀਵਰਸਲ ਦਾ ਮਤਲਬ ਕਿ ਕੋਈ ਚੀਜ਼ ਜੋ ਹਰ
ਦੁਨੀਆ ਵਿੱਚ ਹਰ ਜਗ੍ਹਾ ਇੱਕ ਹੀ ਤਰ੍ਹਾਂ ਚੱਲ ਰਹੀ ਹੈ, ਉਸ ਨੂੰ ਅਸੀਂ ਯੂਨੀਵਰਸਲ ਬੋਲਦੇ ਹਾਂ। ਇਸ ਤਰ੍ਹਾਂ ਯੂਨੀਵਰਸਲ ਜੋ ਹੈ ਜਾਂ ਸਰਵ ਵਿਆਪਕ ਹੈ, ਇਹ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਐਕਸੀਅਮ, ਦੂਸਰੇ ਪੋਸਟੂਲੇਟਸ। ਹੁਣ ਆਪਾਂ ਦੋ ਸ਼ਬਦਾਂ ਐਕਸੀਅਮ ਅਤੇ ਪੋਸਟੂਲੇਟਸ ਦੀ ਗੱਲ ਕਰਾਂਗੇ, ਜੋ ਕਿ ਸਾਨੂੰ ਯੂਕਲਿਡ ਨੇ ਦਿੱਤੀਆਂ ਹਨ, ਅਤੇ ਯੂਕਲਿਡ ਦਾ ਚੈਪਟਰ ਜੋ ਹੈ ਇੱਥੋਂ ਹੀ ਸ਼ੁਰੂ ਹੁੰਦਾ ਹੈ। ਕਰਕੇ ਡਿਸਕਸ ਕਰਾਂਗੇ। ਸੋ ਸਾਨੂੰ ਟੋਟਲ ਜੋ ਐਕਸੀਅਮ ਹੈ ਉਹ ਦਿੱਤੇ ਗਏ ਹਨ, ਟੋਟਲ ਦਿੱਤੇ ਗਏ ਨੇ 7 ਐਕਸੀਅਮ ਦਿੱਤੇ ਗਏ ਹਨ। ਹੁਣ ਅਸੀਂ ਦੇਖਦੇ ਹਾਂ ਇੱਕ ਨਵਾਂ ਜੋ ਰੱਖਦੇ ਹਾਂ, ਆਪਾਂ ਵੇਖਦੇ ਹਾਂ ਇਸ ਦੇ ਵਿੱਚ। ਵੇਖੋ ਕਿ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਕੋਲ ਲਿਖਿਆ ਹੈ ਯੂਕਲਿਡ ਦੇ ਕੁਝ ਸਵੈ ਸਿੱਧ ਸਨ। ਸੋ ਸਵੈ ਸਿੱਧ ਸਨ, ਪਹਿਲਾ ਲਿਖਿਆ ਉਹ ਵਸਤੂ ਜੋ ਇੱਕ ਹੀ ਵਸਤੂ ਦਾ ਬਰਾਬਰ ਹੋਣ, ਉਹ ਵਸਤੂ ਜੋ ਇੱਕ ਹੀ ਵਸਤੂ ਦਾ ਬਰਾਬਰ ਹੋਣ, ਉਹ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਹੁਣ ਇਸ ਦਾ ਮਤਲਬ ਕੀ ਹੈ? ਪਹਿਲਾ ਐਕਸੀਅਮ ਸੀ ਜਾਂ ਸਵੈ ਸਿੱਧ ਸੀ, ਉਸ ਦੇ ਵਿੱਚ ਕੀ ਸੀ ਕਿ ਇੱਕ ਚੀਜ਼ A B ਦੇ ਬਰਾਬਰ ਹੈ, B ਬਰਾਬਰ C ਦੇ ਹੈ। ਹੁਣ ਅਸੀਂ ਕੀ ਲਿਖਦੇ ਹਾਂ? A ਬਰਾਬਰ B, B ਕਿਸੇ ਬਰਾਬਰ ਹੈ C ਦੇ ਬਰਾਬਰ ਲਿਖ ਦਿੱਤਾ ਗਿਆ। ਹੁਣ ਜੋ ਪਹਿਲਾ ਸਵੈ ਸਿੱਧ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਇੱਕ ਚੀਜ਼ B ਦੇ ਬਰਾਬਰ ਹੋਵੇ ਅਤੇ ਫਿਰ ਉਹ ਚੀਜ਼ ਕਿਸੇ ਦੂਸਰੀ ਚੀਜ਼ ਦੇ ਬਰਾਬਰ ਹੋਵੇ, ਤਾਂ ਪਹਿਲੇ ਵਾਲੀ ਚੀਜ਼ ਅਤੇ ਲਾਸਟ ਵਾਲੀ ਚੀਜ਼ ਹੁੰਦੀ ਜੋ ਵੀ ਆਪਣੇ ਕੋਲ ਹੋਵੇ, ਉਹ ਦੋਵੇਂ ਬਰਾਬਰ ਹੁੰਦੇ ਨੇ। ਇਸ ਤਰ੍ਹਾਂ A ਬਰਾਬਰ B ਬਰਾਬਰ C, ਜੇ ਅਸੀਂ B ਨੂੰ ਵਿੱਚੋਂ ਹਟਾ ਦਿੰਦੇ ਹਾਂ, B ਨੂੰ ਵਿੱਚੋਂ ਹਟਾਉਂਦੇ ਹਾਂ ਤਾਂ ਸਾਡੇ ਕੋਲ ਕੀ ਦਿਖ ਰਿਹਾ? A ਬਰਾਬਰ C ਦਿਖ ਰਿਹਾ ਹੈ। ਇਸ ਲਈ A ਬਰਾਬਰ ਕੀ ਹੋਵੇਗਾ? C ਦੇ ਬਰਾਬਰ ਹੋਵੇਗਾ। ਐਕਸੀਅਮ 2 ਦੀ ਗੱਲ ਕਰੀਏ ਤਾਂ ਆਪਾਂ ਵੇਖੋ ਕਿ ਸਾਡੇ ਕੋਲ ਪੜ੍ਹਿਆ ਜਾਂਦਾ ਹੋਣਾ ਆ ਕਿ ਦੂਸਰਾ ਐਕਸੀਅਮ ਕੀ ਆ? ਜੇ ਬਰਾਬਰਾਂ ਨੂੰ ਬਰਾਬਰਾਂ ਵਿੱਚ ਜੋੜਿਆ ਜਾਵੇ ਤਾਂ ਜੋੜਫਲ ਵੀ ਬਰਾਬਰ ਹੁੰਦੇ ਹਨ। ਦੇਖੋ ਲਿਖਿਆ ਕਿ ਬਰਾਬਰਾਂ ਨੂੰ, ਮਤਲਬ ਕਿ ਪਹਿਲਾਂ ਹੀ ਕੁਛ ਬਰਾਬਰ ਦਿੱਤਾ ਗਿਆ ਆਪਾਂ ਨੂੰ, ਇਕੁਅਲ, ਪਹਿਲਾਂ ਹੀ ਕੋਈ ਚੀਜ਼ਾਂ ਇਕੁਅਲ ਦਿੱਤੀਆਂ ਗਈਆਂ ਹਨ, ਉਹਨਾਂ ਦੇ ਵਿੱਚ ਇਕੁਅਲ ਨੂੰ ਹੀ ਜੋੜਿਆ ਜਾਣਾ ਹੈ, ਤਾਂ ਦੋਵੇਂ ਆਪਸ ਵਿੱਚ ਕੀ ਹੋਣਗੇ? ਜੋੜਫਲ ਬਰਾਬਰ ਹੋਣਗੇ। ਦੂਸਰਾ ਐਕਸੀਅਮ ਕੀ ਆ? ਜੇਕਰ ਆਪਾਂ ਲਿਖੀਏ ਕਿ 2 ਬਰਾਬਰ 2, ਦੋਵੇਂ ਬਰਾਬਰ ਨੇ, ਜਿਸ ਤਰ੍ਹਾਂ ਕਿ ਜੇ ਬਰਾਬਰਾਂ ਦੋਵੇਂ ਬਰਾਬਰ ਨੇ ਦੇ ਵਿੱਚ ਬਰਾਬਰ ਜੋੜਿਆ ਜਾਵੇ, 1 ਜਮਾ 2, ਦੋਵਾਂ ਪਾਸੇ ਆਪਾਂ 1 ਜਮਾ 1 ਜੋੜ ਦਿੱਤਾ, ਇਸ ਸਾਈਡ ਕੀ ਬਣ ਗਿਆ? 3 ਅਤੇ ਇਸ ਸਾਈਡ ਕੀ ਬਣ ਗਿਆ? 3। ਇਸ ਲਈ ਕੋਈ ਬਰਾਬਰਾਂ ਦੇ ਵਿੱਚ ਕੀ ਜੋੜਿਆ? ਬਰਾਬਰ 1 ਜੋੜਿਆ ਤਾਂ ਆਪਣੇ ਕੋਲ ਕਿੰਨਾ ਆ ਗਿਆ? 3 ਆ ਗਿਆ। ਇਸ ਤਰ੍ਹਾਂ ਸਾਡੇ ਕੋਲ ਤੀਸਰਾ ਐਕਸੀਅਮ ਜੋ ਹੈ ਆਪਣੇ ਕੋਲ ਹੈ, ਜੇ ਬਰਾਬਰਾਂ ਨੂੰ ਬਰਾਬਰਾਂ 'ਚੋਂ ਘਟਾਇਆ ਜਾਵੇ ਤਾਂ ਬਾਕੀ ਵੀ ਬਰਾਬਰ ਹੁੰਦੇ ਹਨ। ਮਤਲਬ ਕਿ ਤੀਸਰਾ ਕੀ ਹੈ ਆਪਣੇ ਕੋਲ? ਹੁਣ ਆਪਾਂ ਲਿਖਦੇ ਹਾਂ ਬਰਾਬਰ, ਮਤਲਬ ਕਿ ਅਸੀਂ ਲਿਖਿਆ 2 ਬਰਾਬਰ 2। ਹੁਣ ਬਰਾਬਰਾਂ ਦੇ ਵਿੱਚੋਂ ਕੀ ਘਟਾਉਣਾ ਹੈ? ਬਰਾਬਰ 1 ਘਟਾ ਦਿੱਤਾ ਗਿਆ, ਦੋਵਾਂ ਪਾਸੇ 1 ਘਟਾਇਆ, ਆਪਣੇ ਕੋਲ ਕਿੰਨਾ ਆ ਗਿਆ? 1 ਬਰਾਬਰ 1। ਇਸ ਤਰ੍ਹਾਂ ਆਪਣੇ ਕੋਲ ਤੀਸਰਾ ਜੋ ਐਕਸੀਅਮ ਸਿੱਧ ਹੁੰਦਾ ਹੈ ਕਿ ਬਰਾਬਰਾਂ 'ਚੋਂ ਬਰਾਬਰ ਘਟਾਉਣ 'ਤੇ ਬਾਕੀ ਆਇਆ ਹੈ ਆਪਣੇ ਕੋਲ ਕੀ ਆਇਆ ਹੈ? 1 ਦੋਵਾਂ ਪਾਸੇ ਬਰਾਬਰ ਆਇਆ ਹੈ। ਇਸ ਤੋਂ ਬਾਅਦ ਆਪਾਂ ਵੇਖੀਏ ਕਿ ਸਾਡੇ ਕੋਲ ਜੋ ਚੌਥਾ ਐਕਸੀਅਮ ਆਉਂਦਾ ਹੈ ਉਹ ਕੀ ਹੈ? ਕਿ ਉਹ ਵਸਤੂਆਂ ਜੋ ਸੰਪਾਤੀ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਹੁਣ ਇਸ ਵਿੱਚ ਆਪਾਂ ਵੇਖ ਕੇ ਸਾਨੂੰ ਜੋ ਸ਼ਬਦ ਮਿਲਿਆ ਹੈ, ਜੋ ਸ਼ਬਦ ਹੈ ਉਹ ਕੀ ਹੈ? ਸੰਪਾਤੀ। ਚੌਥਾ ਐਕਸੀਅਮ ਸੰਪਾਤੀ ਦਾ ਅਰਥ ਹੈ, ਮੰਨ ਲਓ ਆਪਾਂ ਇੱਕ ਲਾਈਨ ਬਣਾਉਂਦੇ ਹਾਂ, ਇੱਕ ਰੇਖਾ ਬਣਾਈ ਗਈ ਜਾਂ ਰੇਖਾ ਖੰਡ ਮੰਨ ਲਓ, ਅਤੇ ਇੱਕ ਹੋਰ ਰੇਖਾ ਖੰਡ ਜੋ ਸਾਨੂੰ ਬਣਾਉਣ ਦੀ ਲੋੜ ਪਈ, ਉਹ ਰੇਖਾ ਖੰਡ ਵੀ ਇਸ ਦੇ ਉੱਪਰ ਹੀ ਬਣਾਉਣਾ ਪਿਆ, ਉਹ ਵੀ ਇਸ ਦੇ ਉੱਪਰ ਹੀ ਬਣਾਇਆ ਗਿਆ। ਹੁਣ ਵੇਖੋ ਸਾਨੂੰ ਪਹਿਲੇ ਵਾਲਾ ਰੇਖਾ ਖੰਡ ਨਜ਼ਰ ਨਹੀਂ ਆ ਰਿਹਾ, ਮਤਲਬ ਕਿ ਪਹਿਲਾ ਰੇਖਾ ਖੰਡ AB ਸੀ, ਦੂਸਰਾ ਰੇਖਾ ਖੰਡ ਕੀ ਸੀ? PQ। ਹੁਣ AB ਰੇਖਾ ਖੰਡ ਵੀ ਸਾਨੂੰ ਉਹੀ ਦਿਖ ਰਿਹਾ ਹੈ ਜੋ PQ ਹੈ। ਇਹਦਾ ਮਤਲਬ ਕਿ ਦੋਵੇਂ ਰੇਖਾ ਖੰਡ ਕੀ ਹੋਣਗੇ? ਸੰਪਾਤੀ ਹੋਣਗੇ। ਇਸ ਤੋਂ ਇਹ ਆਪਾਂ ਸਿੱਧ ਕਰਦੇ ਹਾਂ ਕਿ ਉਹ ਵਸਤੂਆਂ ਜੋ ਸੰਪਾਤੀ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਮਤਲਬ ਕਿ ਜੇਕਰ ਆਪਾਂ ਇੱਕ ਵਰਗ ਬਣਾਉਂਦੇ ਹਾਂ, ਇਸ ਦੀ ਭੁਜਾ, ਚਲੋ ਇਹ ਆਪਾਂ ਨੂੰ ਇੱਕ ਆਇਤ ਲੱਗਦਾ ਹੈ, ਮੰਨ ਲਓ ਕਿ ਇਸ ਦੀ ਇੱਕ ਭੁਜਾ 3 ਸੈਂਟੀਮੀਟਰ ਹੈ, ਦੂਸਰੀ ਜੋ ਚੌੜਾਈ ਹੈ ਉਹ 2 ਸੈਂਟੀਮੀਟਰ ਹੈ, ਅਤੇ ਇੱਕ ਹੋਰ ਆਪਾਂ ਆਇਤ ਇਸ ਤਰ੍ਹਾਂ ਦਾ ਹੀ ਬਣਾਉਂਦੇ ਹਾਂ। ਇਹ ਦੇਖੋ ਕਿ ਜੋ ਦੋਵੇਂ ਆਇਤ ਨੇ ਸਾਨੂੰ ਦੋਵੇਂ ਬਰਾਬਰ ਲੱਗ ਰਹੇ ਨੇ, ਮਤਲਬ ਕਿ ਇਸ ਨੂੰ ਅਗਰ ਇਹਦੇ 'ਤੇ ਰੱਖਿਆ ਜਾਵੇ ਤਾਂ ਸਾਨੂੰ ਇਹ ਨਜ਼ਰ ਨਹੀਂ ਆਵੇਗਾ। ਇਸ ਲਈ ਉਹ ਵਸਤੂਆਂ ਜੋ ਸੰਪਾਤੀ ਹੁਣ, ਮਤਲਬ ਕਿ ਇਹ ਦੋਵੇਂ ਕੀ ਹੋਏ ਨੇ ਆਪਣੇ ਕੋਲ? ਸੰਪਾਤੀ। ਹੁਣ ਤਾਂ ਉਹ ਦੋਵੇਂ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਨੇ, ਦੋਵੇਂ ਇੱਕ ਦੂਜੇ ਦੇ ਕੀ ਆਏ ਤਾਂ ਬਰਾਬਰ ਹੋਣਗੇ। ਫਿਰ ਸਾਡੇ ਕੋਲ ਕੀ ਲਿਖਿਆ ਹੋਇਆ? ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਪੂਰਨ
ਪੂਰਨ ਮੰਨ ਲਓ ਕਿ ਤੁਹਾਡੇ ਕੋਲ ਇੱਕ ਫਲਾਂ ਦੀ ਟੋਕਰੀ ਹੈ, ਠੀਕ ਹੈ। ਉਸ ਵਿੱਚ ਤੁਹਾਡੇ ਕੋਲ ਕੁਝ ਐਪਲਸ ਪਏ ਹਨ। ਹੁਣ ਆਪਾਂ ਦੇਖੋ ਕੀ ਸੀਗਾ ਕਿ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਪੂਰਨ ਸਾਡੇ ਕੋਲ ਕੁਝ ਇੱਕ ਆਪਾਂ ਟੋਕਰੀ ਲੈਂਦੇ ਹਾਂ ਜਿਸ ਵਿੱਚ ਕੁਝ ਐਪਲਸ ਪਏ ਹਨ। ਕਿਹਾ ਗਿਆ ਹੈ ਕਿ ਇੱਕ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਮਤਲਬ ਕਿ ਇਸ ਦੇ ਵਿੱਚੋਂ ਆਪਾਂ ਇੱਕ ਐਪਲ ਬਾਹਰ ਕੱਢਦੇ ਹਾਂ। ਹੁਣ ਜੇਕਰ ਆਪਾਂ ਵੇਖਦੇ ਹਾਂ ਕਿ ਇਹ ਜੋ ਐਪਲ ਬਾਹਰ ਕੱਢਿਆ ਹੈ ਇਹ ਜ਼ਿਆਦਾ ਹਨ ਜਾਂ ਕਿ ਟੋਕਰੀ ਵਾਲੇ ਜ਼ਿਆਦਾ ਹਨ, ਤਾਂ ਸਾਡੇ ਕੋਲ ਸਪਸ਼ਟ ਦਿਖ ਰਿਹਾ ਕਿ ਟੋਕਰੀ ਵੱਡੀ ਹੈ, ਇੱਕ ਸੇਬ ਛੋਟਾ ਹੈ। ਇਸ ਲਈ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਸੋ ਇਹ ਚੀਜ਼ ਕੀ ਹੈ, ਇਹ ਪੂਰਨ ਹੈ ਜੋ ਆਪਣਾ ਭਾਗ ਅਤੇ ਇੱਕ ਭਾਗ ਆ ਸੇਬ ਜੋ ਕਿ ਪੂਰਨ ਉਸ ਤੋਂ ਵੱਡਾ ਹੈ। ਫਿਰ ਸਾਡੇ ਕੋਲ ਐਗਜ਼ੀਮ ਆਉਂਦਾ ਹੈ 6 ਐਗਜ਼ੀਮ ਕੀ ਵੇਖੋ ਆਪਾਂ ਨੂੰ ਦਿਖ ਰਿਹਾ ਕਿ ਇੱਕ ਹੀ ਵਸਤੂ ਦੇ ਦੁੱਗਣੇ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਇੱਕ ਹੀ ਵਸਤੂ ਦੇ ਦੁੱਗਣੇ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਇੱਕ ਹੀ ਵਸਤੂ ਦੇ ਦੁੱਗਣੇ, ਦੁੱਗਣੇ ਦਾ ਮਤਲਬ ਹੈ ਜਦੋਂ ਕੋਈ ਵਸਤੂ ਆਪਣੇ ਤੋਂ 2 ਗੁਣਾ ਹੋ ਜਾਂਦੀ ਹੈ। ਮਤਲਬ ਕਿ ਦੇਖੋ ਇੱਥੇ ਸ਼ਬਦ ਲਿਖਿਆ ਆਪਾਂ 2 ਗੁਣਾ। 2 ਦਾ ਮਤਲਬ 2 ਗੁਣਾ ਦਾ ਮਤਲਬ ਗੁਣਾ ਦਾ ਸਾਈਨ ਪਾ ਲੈਂਦੇ ਹਾਂ। ਆਪਾਂ 2 ਸੰਖਿਆਵਾਂ ਲਈਆਂ 4 ਬਰਾਬਰ 4। ਹੁਣ ਲਿਖਿਆ ਸਾਡੇ ਕੋਲ ਸੀ ਕਿ ਇੱਕ ਹੀ ਵਸਤੂ ਦੇ ਦੁੱਗਣੇ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ। ਇਹਨਾਂ ਵਸਤੂਆਂ ਦਾ ਦੁੱਗਣਾ, ਇਹਨਾਂ ਨੂੰ ਆਪਾਂ ਦੁੱਗਣਾ ਕਰਨਾ ਹੈ, ਆਪਾਂ ਕਰਦੇ 4 ਗੁਣਾ 2 ਅਤੇ 4 ਗੁਣਾ 2। 4 ਦੂਣੀ 8, 4 ਦੂਣੀ 8, 4 2 Z ਆਪਣੇ ਕੋਲ 8 ਆ ਗਿਆ। ਇਸ ਦਾ ਆਪਾਂ ਨੂੰ ਸਪਸ਼ਟ ਹੁੰਦਾ ਹੈ ਕਿ ਇੱਕ ਹੀ ਵਸਤੂ ਦੇ ਮਤਲਬ ਕਿ ਚਾਰਾਂ ਦੇ ਇੱਕ ਵਸਤੂ ਸੀ ਜਿਸ ਦੇ 2 ਦੁੱਗਣੇ ਕੀਤੇ ਗਏ ਅਤੇ ਇੱਕ ਦੂਸਰੇ ਦੇ ਬਰਾਬਰ ਆਏ ਹਨ। ਇਸ ਤਰ੍ਹਾਂ ਸਾਡੇ ਕੋਲ ਆਖਰੀ ਅਤੇ 7ਵਾਂ ਜੋ ਐਗਜ਼ੀਮ ਆਉਂਦਾ ਹੈ ਸਵੈ ਸਿੱਧਾਂ ਦਾ, ਉਹ ਕੀ ਲਿਖਿਆ ਗਿਆ ਕਿ ਇੱਕ ਹੀ ਵਸਤੂ ਦੇ ਅੱਧੇ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਇੱਕ ਹੀ ਵਸਤੂ ਦੇ ਅੱਧੇ, ਮੰਨ ਲਓ ਕਿ 4 ਆਪਾਂ 4 ਲੈਂਦੇ ਹਾਂ, ਪਰ 4 ਕੀਤਾ। ਇਸ ਵਸਤੂ ਦੇ ਅੱਧੇ ਇੱਕ ਦੂਸਰੇ ਦੇ ਬਰਾਬਰ ਹੁੰਦੇ। ਅੱਧੇ ਦਾ ਮਤਲਬ ਕਿ ਇਸ ਨੂੰ ਆਪਾਂ ਹਾਫ ਕਰਾਂਗੇ ਜਾਂ 2 ਦੇ ਨਾਲ ਭਾਗ ਕਰ ਲਾਂਗੇ, ਜਿਸ ਨੂੰ ਕਹਾਂਗੇ ਆਪਾਂ ਇਹਨੂੰ ਕੀ ਕੀਤਾ ਆਪਾਂ 2 ਦੇ ਨਾਲ ਭਾਗ ਕਰ ਦਿੱਤੀ ਗਈ। ਹੁਣ ਇਸ ਦਾ ਅੱਧਾ ਕੀ ਹੋ ਗਿਆ 2 ਬਰਾਬਰ ਕੀ ਹੈਗਾ 2। ਹੁਣ 4 ਇੱਕ ਵਸਤੂ ਸੀ ਜਿਸ ਦੇ ਅੱਧੇ ਕੀ ਹੋ ਗਏ 2 ਅਤੇ ਦੋਵੇਂ ਆਪਸ ਵਿੱਚ ਕੀ ਹੋ ਗਏ ਨੇ, ਆਪਸ ਵਿੱਚ ਬਰਾਬਰ ਹੋ ਗਏ ਹਨ। ਹੁਣ ਸਾਡੇ ਕੋਲ ਦੂਸਰੇ ਨੰਬਰ 'ਤੇ ਆਉਂਦਾ ਹੈ ਪੋਸਟੂਲੇਟਸ, ਮੂਲ ਧਾਰਨਾਵਾਂ। ਮੂਲ ਧਾਰਨਾਵਾਂ ਦੇ ਵਿੱਚ ਆਪਾਂ ਨੂੰ ਕੋਲ ਟੋਟਲ ਯੂਕਲਿਡ ਦੁਆਰਾ 5 ਮੂਲ ਧਾਰਨਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਪਹਿਲੀ ਮੂਲ ਧਾਰਨਾ ਦਿੱਤੀ ਗਈ ਹੈ ਇੱਕ ਬਿੰਦੂ ਤੋਂ ਮਤਲਬ ਕਿ ਪਹਿਲੀ ਕੀ ਆ, ਇੱਕ ਬਿੰਦੂ ਬਣਾਇਆ, ਇੱਕ ਬਿੰਦੂ ਤੋਂ ਇੱਕ ਹੋਰ ਬਿੰਦੂ ਤੱਕ ਇੱਕ ਹੋਰ ਬਿੰਦੂ ਬਣਾਉਂਦੇ ਹਾਂ। ਇੱਕ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਦੇਖੋ ਇੱਕ ਬਿੰਦੂ ਬਣਿਆ ਜਿਸ ਦਾ ਨਾਮ A ਦਿੱਤਾ, ਦੂਸਰਾ ਬਿੰਦੂ ਬਣਿਆ B, ਦੋਵਾਂ ਨੂੰ ਆਪਾਂ ਮਿਲਾਉਂਦੇ ਹਾਂ। ਦੋਵਾਂ ਨੂੰ ਮਿਲਾਇਆ ਗਿਆ ਤਾਂ ਆਪਣੀ ਕੋਈ ਇੱਕ ਰੇਖਾ ਕੀ ਹੋ ਗਈ, ਸਿੱਧੀ ਰੇਖਾ ਤਿਆਰ ਹੋ ਜਾਂਦੀ ਹੈ। ਮਤਲਬ ਕਿ ਇਸੇ ਬਿੰਦੂ ਆਪਾਂ ਇਸ ਤਰ੍ਹਾਂ ਰੱਖ ਲੈਂਦੇ ਹਾਂ ਤਾਂ ਵੀ ਸਾਡੇ ਕੋਲ ਇੱਕ ਸਿੱਧੀ ਰੇਖਾ ਤਿਆਰ ਹੁੰਦੀ ਹੈ। ਇਹਦਾ ਮਤਲਬ ਕਿ ਕੋਈ ਵੀ 2 ਬਿੰਦੂ ਹੋਣਗੇ ਤਾਂ ਉਹ ਆਪਾਂ ਨੂੰ ਇੱਕ ਸਿੱਧੀ ਰੇਖਾ ਦੇਣਗੇ। ਧਾਰਨਾ 2 ਕੀ ਹੈ, ਦੇਖੋ ਧਾਰਨਾ 2 'ਚ ਲਿਖਿਆ ਇੱਕ ਸ਼ਾਂਤ ਰੇਖਾ ਨੂੰ ਅਨਿਸ਼ਚਿਤ ਰੂਪ ਨਾਲ ਵਧਾਇਆ ਜਾ ਸਕਦਾ ਹੈ। ਸ਼ਾਂਤ ਰੇਖਾ, ਉਹਨੇ 2 ਸ਼ਬਦ ਆਉਂਦੇ ਨੇ, ਇੱਕ ਸ਼ਾਂਤ ਅਤੇ ਦੂਸਰਾ ਰੇਖਾ। ਸਭ ਤੋਂ ਪਹਿਲਾਂ ਆਪਾਂ ਕੀ ਬਣਾਉਂਦੇ, ਇੱਕ ਰੇਖਾ ਕੀ ਹੁੰਦੀ ਜਿਹਦੇ ਦੋਵਾਂ ਸਿਰਿਆਂ 'ਤੇ 2 ਤੀਰ ਜਾਂ ਐਰੋ ਲੱਗੇ ਹੁੰਦੇ ਹਨ। ਹੁਣ ਸ਼ਾਂਤ ਰੇਖਾ ਕੀ ਆ ਕਿ ਉਹ ਰੇਖਾ ਜੋ ਟਰਮੀਨੇਟ, ਸ਼ਾਂਤ ਦਾ ਮਤਲਬ ਟਰਮੀਨੇਟ ਸ਼ਬਦ ਆਪਾਂ ਸੁਣਿਆ ਹੋਇਆ ਆ ਜਾਂ 10th ਵਿੱਚ ਆਪਾਂ ਪੜ੍ਹਾਂਗੇ ਇਸ ਸ਼ਬਦ ਬਾਰੇ ਸੁਣਾਂਗੇ ਕਿ ਜਦੋਂ ਕਿਸੇ ਭਾਗ ਕੀਤੀ ਜਾਂਦੀ ਹੈ, ਆਪਾਂ ਡਿਵਾਈਡ ਕਰਦੇ ਹਾਂ ਤਾਂ ਜਦੋਂ ਉਸ ਦਾ ਆਨਸਰ ਪੂਰਾ ਕੰਪਲੀਟ ਹੋ ਜਾਂਦਾ ਹੈ, ਸੋਲਵ ਹੋ ਜਾਂਦਾ ਤਾਂ ਉਸ ਨੂੰ ਆਪਾਂ ਸ਼ਾਂਤ ਕਹਿੰਦੇ ਹਾਂ। ਅਗਰ ਨਹੀਂ ਹੁੰਦਾ ਤਾਂ ਆਪਾਂ ਉਸ ਨੂੰ ਅਸ਼ਾਂਤ ਕਹਿੰਦੇ ਹਾਂ, ਸਿੰਪਲ ਸ਼ਬਦਾਂ ਵਿੱਚ। ਹੁਣ ਇੱਕ ਰੇਖਾ ਆ, ਇੱਕ ਸ਼ਾਂਤ ਰੇਖਾ ਲਿਖਿਆ ਗਿਆ ਸੀ ਆਪਣੇ ਕੋਲ ਧਾਰਨਾ, ਇੱਕ ਸ਼ਾਂਤ ਰੇਖਾ ਨੂੰ ਨਿਸ਼ਚਿਤ ਰੂਪ ਨਾਲ ਵਧਾਇਆ ਜਾ ਸਕਦਾ ਹੈ। ਇੱਕ ਸ਼ਾਂਤ ਰੇਖਾ ਹੈ ਤੇ ਦੋਵਾਂ ਸਾਈਡਾਂ 'ਤੇ ਐਰੋ ਲੱਗੇ ਹੋਏ ਹਨ, ਜਿਸ ਨੂੰ ਤਾਂ ਮਤਲਬ ਇਹ ਹੈ ਕਿ ਇਸ ਨੂੰ ਆਪਾਂ ਦੋਵਾਂ ਸਾਈਡਾਂ 'ਤੇ ਵਧਾ ਸਕਦੇ ਹਾਂ। ਮਤਲਬ ਕਿ ਇਸ ਰੇਖਾ ਨੂੰ ਆਪਾਂ ਹੋਰ ਵੀ ਅੱਗੇ ਵਧਾ ਸਕਦੇ ਹਾਂ, ਜਿਸ ਵੀ ਸਾਈਡ 'ਤੇ ਮਰਜ਼ੀ ਵਧਾ ਸਕਦੇ ਹਾਂ। ਇਹ ਵੀ ਆਪਣੇ ਆਪ ਦੇ ਵਿੱਚ ਸਿੱਧ ਹੈ। ਦੇਖੋ ਇੱਥੇ ਆਪਾਂ ਸਿਰਫ ਜੋ ਪਹਿਲਾਂ ਕਰਕੇ ਹਟੇ ਹਾਂ ਉਹਦੇ 'ਚ ਆਪਾਂ ਅਲਜਬਰਿਕ ਫਾਰਮ ਕੀਤੀਆਂ ਜਾਂ ਜਿਓਮੈਟ੍ਰਿਕ ਫਾਰਮ ਦੋਵੇਂ ਕੀਤੀਆਂ ਸੀਗੀਆਂ। ਇੱਥੇ ਕੀ ਇੱਕ ਜਿਓਮੈਟ੍ਰਿਕ ਫਾਰਮ ਜਿਹੜੀ ਆ ਰਹੀ ਹੈ, ਇੱਧਰ ਵੀ ਜਿਓਮੈਟ੍ਰਿਕ ਫਾਰਮ ਆਈ ਹੈ, ਫਿਰ ਵੀ ਜਿਓਮੈਟ੍ਰਿਕ ਫਾਰਮ ਆਈ ਆ। ਫਿਰ ਆਪਾਂ ਨੂੰ ਮੂਲ ਧਾਰਨਾਵਾਂ
3 ਕਿਸੇ ਨੂੰ ਕੇਂਦਰ ਮੰਨ ਕੇ ਅਤੇ ਕਿਸੇ ਅਰਧ ਵਿਆਸ ਤੋਂ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਕਿਸੇ ਨੂੰ ਕੇਂਦਰ ਮੰਨ ਕੇ, ਮੰਨ ਲਓ ਕਿ ਤੀਸਰੀ ਧਾਰਨਾ ਕੀ ਆਪਣੇ ਕੋਲ, ਆਪਾਂ ਇੱਕ ਕੇਂਦਰ ਮੰਨ ਲਿਆ, ਮੰਨ ਕੇ ਅਤੇ ਕਿਸੇ ਅਰਧ ਵਿਆਸ ਤੋਂ ਇੱਕ ਚੱਕਰ ਖਿੱਚਿਆ ਜਾ। ਅਰਧ ਵਿਆਸ ਦਾ ਮਤਲਬ ਕਿ ਅਸੀਂ ਇੱਥੇ ਪ੍ਰਕਾਰ ਰੱਖਦੇ ਹਾਂ, ਪ੍ਰਕਾਰ ਰੱਖ ਕੇ ਕੋਈ ਵੀ ਥੋੜ੍ਹੀ ਜਾਂ ਜ਼ਿਆਦਾ ਪ੍ਰਕਾਰ ਆਪਾਂ ਨੂੰ ਖੋਲ੍ਹ ਲੈਂਦੇ ਆਪਾਂ। ਮੰਨ ਲਓ ਕਿ ਇੰਨੀ ਪ੍ਰਕਾਰ ਖੋਲ੍ਹੀ, ਪੁਆਇੰਟ ਉਹ ਸੀ ਆਪਾਂ ਇਹ ਤੱਕ ਪ੍ਰਕਾਰ ਖੋਲ੍ਹੀ, ਆਪਾਂ ਇੱਕ ਚੱਕਰ ਲਗਾਉਂਦੇ ਹਾਂ। ਜਦੋਂ ਆਪਾਂ ਇਸ ਤੋਂ ਚੱਕਰ ਲਗਾਉਂਦੇ ਹਾਂ ਤਾਂ ਸਾਡੇ ਕੋਲ ਇੱਕ ਚੱਕਰ ਤਿਆਰ ਹੁੰਦਾ ਹੈ, ਮਤਲਬ ਕਿਸੇ ਵੀ ਤਰ੍ਹਾਂ ਦਾ ਜੋ ਚੱਕਰ ਆਪਣੇ ਕੋਲ ਬਣ ਜਾਂਦਾ ਹੈ। ਕਿਸੇ ਨੂੰ ਵੀ ਕੇਂਦਰ ਮੰਨ ਕੇ ਅਸੀਂ ਅਰਧ ਵਿਆਸ ਤੋਂ ਅਸੀਂ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ, ਹਾਂਜੀ ਖਿੱਚਿਆ ਜਾ ਸਕਦਾ ਹੈ। ਫਿਰ ਸਾਡੇ ਕੋਲ ਜੋ ਧਾਰਨਾ ਨੰਬਰ 4, ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਨੰਬਰ 4 ਸਮਕੋਣ। ਸਮਕੋਣ ਸ਼ਬਦ ਨੂੰ ਪਹਿਲਾਂ ਆਪਾਂ ਜਾਣੀਏ। ਸਮਕੋਣ, ਸਮ ਦਾ ਮਤਲਬ ਕਿ ਸਿੱਧਾ, ਕੋਣ ਦਾ ਮਤਲਬ ਕੋਣ, ਐਂਗਲ। ਜਦੋਂ ਵੀ ਦੋ ਕਿਰਨ ਆਪਸ ਵਿੱਚ ਮਿਲਦੀਆਂ ਹਨ, ਮਤਲਬ ਕਿ ਜਦੋਂ ਵੀ ਇੱਕ ਬਿੰਦੂ ਤੋਂ ਦੋ ਕਿਰਨਾਂ ਨਿਕਲਦੀਆਂ ਹਨ, ਇੱਕ ਦਿਸ਼ਾ ਨੂੰ ਨਹੀਂ, ਇੱਕ ਅਲੱਗ-ਅਲੱਗ ਦਿਸ਼ਾ ਨੂੰ ਨਿਕਲਦੀਆਂ ਹਨ, ਇੱਕ ਇਸ ਤਰ੍ਹਾਂ ਨਿਕਲ ਜਾਂਦੀ ਹੈ, ਮੰਨ ਲਓ ਕਿ ਇੱਕ ਇਸ ਤਰ੍ਹਾਂ ਨਿਕਲ ਜਾਂਦੀ ਹੈ, ਤਾਂ ਇਹ ਆਪਣੇ ਕੋਲ ਕੀ ਬਣ ਗਿਆ, ਇੱਕ ਕੋਣ ਬਣ ਜਾਂਦਾ ਹੈ। ਤਾਂ ਇਹ ਕੋਣ ਜਿਹੜਾ ਸਾਡੇ ਕੋਲ ਬਿਲਕੁਲ 90 ਡਿਗਰੀ ਦਾ ਬਣੇਗਾ। ਇਸ ਤਰ੍ਹਾਂ ਇੱਕ ਬਿੰਦੂ ਤੋਂ ਕੋਈ ਵੀ ਦੋ ਕਿਰਨਾਂ ਜਦੋਂ ਨਿਕਲਦੀਆਂ ਹਨ, ਇਹ ਫਿਰ ਦੋ ਕਿਰਨਾਂ ਜਾ ਰਹੀਆਂ ਨੇ, ਬਿੰਦੂ ਕਿਹੜਾ ਆਪਣੇ ਕੋਲ ਉਹ ਮਿਲ ਲਈ ਉਹ, ਤਾਂ ਇਹ ਕੋਣ ਆਪਣੇ ਕੋਲ ਗਿਆ 90 ਡਿਗਰੀ ਦਾ ਕੋਣ ਹੋਵੇਗਾ। ਇਸ ਤਰ੍ਹਾਂ ਆਪਣੇ ਕੋਲ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ। ਇਹ ਸਮਕੋਣ 90 ਡਿਗਰੀ, ਇਹ ਵੀ ਸਮਕੋਣ ਵੀ 90 ਡਿਗਰੀ ਦੇ ਹੁੰਦੇ ਹਨ, ਇੱਥੇ ਸਾਰੇ ਸਮਕੋਣ ਬਰਾਬਰ ਹੋਣਗੇ। ਪੰਜਵੀਂ ਤੇ ਆਖਰੀ ਧਾਰਨਾ, ਜਿਸ ਨੂੰ ਧਿਆਨ ਨਾਲ ਸਮਝਿਆ ਜਾਵੇ ਉਸ ਨੂੰ ਪੜ੍ਹੀਏ। ਜੇ ਇੱਕ ਸਿੱਧੀ ਰੇਖਾ ਦੋ ਸਿੱਧੀਆਂ ਰੇਖਾ 'ਤੇ ਡਿੱਗ ਕੇ ਆਪਣੇ ਇੱਕ ਹੀ ਦਿਸ਼ਾ ਵਿੱਚੋਂ ਦੇ ਦੋ ਅੰਦਰਲੇ ਕੋਣ ਇਸ ਤਰ੍ਹਾਂ ਬਣਾਏ ਕਿ ਇਹਨਾਂ ਦੋਵਾਂ ਕੋਣਾਂ ਦਾ ਜੋੜ ਮਿਲ ਕੇ ਸਮਕੋਣਾਂ ਤੋਂ ਘੱਟ ਹੋਵੇ, ਸਮਕੋਣਾਂ ਤੋਂ ਘੱਟ ਹੋਏ, ਮਤਲਬ 90 ਜਮਾ 90 ਤੋਂ ਘੱਟ ਹੋਵੇ, ਤਾਂ ਉਹ ਦੋਵੇਂ ਸਿੱਧੀਆਂ ਰੇਖਾਵਾਂ ਨਿਸ਼ਚਿਤ ਰੂਪ ਨਾਲ ਵਧਾਏ ਜਾਣ 'ਤੇ ਉਸੇ ਦਿਸ਼ਾ ਵਿੱਚ ਮਿਲਦੀਆਂ ਹਨ ਜਿਸ ਵੱਲ ਇਹ ਜੋੜ ਦੇ ਸਮਕੋਣ ਤੋਂ ਘੱਟ ਹੁੰਦਾ। ਇਸ ਵੇਲੇ ਇਹਨਾਂ ਕੋਣਾਂ ਦਾ ਜੋੜ ਸਮਕੋਣਾਂ ਤੋਂ ਘੱਟ ਹੁੰਦਾ। ਦੇਖੋ ਇਸ ਨੂੰ ਆਪਾਂ ਸਮਝਦੇ ਹਾਂ, ਕਿਹਾ ਕੀ ਜਾ ਰਿਹਾ ਹੈ। ਪੰਜਵੀਂ ਤੇ ਆਖਰੀ ਧਾਰਨਾ, ਆਪਾਂ ਦੋ ਲਾਈਨਾਂ ਜੋ ਬਣਾਉਂਦੇ ਹਾਂ, ਇਹ ਬਣਾਈਆਂ ਗਈਆਂ ਦੋ ਲਾਈਨਾਂ, ਲਾਈਨਾਂ ਨੂੰ ਇੱਕ ਰੇਖਾ ਕੱਟ ਰਹੀ ਹੈ, ਇਹ ਰੇਖਾ ਕੱਟ ਰਹੀ ਹੈ। ਜਦੋਂ ਇਹ ਰੇਖਾ ਕੱਟ ਰਹੀ ਹੈ ਤਾਂ ਇਹ ਇਸ ਦੇ ਅੰਦਰਲੇ ਕੋਣ ਬਣ ਰਹੇ ਹਨ, ਚਾਰ ਅੰਦਰਲੇ ਕੋਣ ਬਣ ਰਹੇ ਹਨ, 1 2 3 ਤੇ 4। ਹੁਣ ਕੀ ਆਪਣੇ ਕੋਲ ਕਿਹਾ ਕੀ ਗਿਆ ਸੀ ਕਿ ਤਾਂ ਉਹ ਦੋਵੇਂ ਸਿੱਧੀਆਂ ਰੇਖਾਵਾਂ ਨਿਸ਼ਚਿਤ ਰੂਪ ਨਾਲ ਵਧਾਏ ਤਾਂ ਉਸੇ ਦਿਸ਼ਾ ਵਿੱਚ ਮਿਲਦੀਆਂ ਹਨ ਜਿਸ ਵੱਲ ਇਹ ਮਿਲਦੀਆਂ ਹਨ। ਹੁਣ ਇਹ ਦੋਵੇਂ ਰੇਖਾਵਾਂ ਮਿਲਣਗੀਆਂ ਕਿੱਥੇ, ਜਿਸ ਸਾਈਡ 'ਤੇ ਇਹਨਾਂ ਦੋਵੇਂ ਅੰਦਰਲੇ ਕੋਣਾਂ ਦਾ ਜੋੜ ਜਿਹੜਾ ਉਹ ਦੋ ਸਮਕੋਣਾਂ ਤੋਂ ਘੱਟ ਹੋਊਗਾ। ਸਮਕੋਣ ਮਤਲਬ ਕਿ 90 ਜਮਾ 90 ਬਰਾਬਰ ਆਉਂਦਾ 180 ਡਿਗਰੀ, ਲੇਕਿਨ ਇਹਨਾਂ ਦੋਵਾਂ ਦਾ ਜਾਂ ਤਾਂ ਇਹਨਾਂ ਦੋਵਾਂ ਕੋਣਾਂ ਦਾ ਜੋੜ 180 ਡਿਗਰੀ ਤੋਂ ਘੱਟ ਹੋਊਗਾ ਜਾਂ ਫਿਰ ਇਹਨਾਂ ਦੋਵਾਂ ਕੋਣਾਂ ਦਾ ਜੋੜ 180 ਡਿਗਰੀ ਤੋਂ ਘੱਟ ਹੋਊਗਾ। ਹੁਣ ਆਪਾਂ ਰੇਖਾਵਾਂ ਨੂੰ ਦੋਵਾਂ ਪਾਸੇ ਵਧਾਉਂਦੇ ਹਾਂ, ਆਪਾਂ ਵਧਾਇਆ, ਆਪਾਂ ਇਸ ਰੇਖਾ ਨੂੰ ਵੀ ਵਧਾ ਦਿੱਤਾ, ਆਪਾਂ ਇਸ ਰੇਖਾ ਨੂੰ ਵੀ ਵਧਾਉਂਦੇ ਜਾਂਦੇ ਹਾਂ ਅਤੇ ਆਪਾਂ ਇਸ ਰੇਖਾ ਨੂੰ ਵੀ ਵਧਾਇਆ। ਦੇਖਦੇ ਕੀ ਹਾਂ ਆਪਾਂ ਨੇ, ਕਿਉਂਕਿ ਇਸ ਸਾਈਡ 'ਤੇ ਜੋ ਰੇਖਾਵਾਂ ਨੇ ਆਪਸ ਵਿੱਚ ਕੱਟ ਰਹੀਆਂ ਨੇ ਅਤੇ ਇਸ ਸਾਈਡ 'ਤੇ ਰੇਖਾਵਾਂ ਆਪਸ ਵਿੱਚ ਕੱਟ ਨਹੀਂ ਰਹੀਆਂ, ਇੱਕ ਉੱਪਰ ਜਾ ਰਹੀ ਹੈ ਅਤੇ ਇੱਕ ਨੀਚੇ ਆਈ ਜਾ ਰਹੀ ਆ। ਇਸ ਦਾ ਮਤਲਬ ਕਿ ਇਹ ਦੋਵੇਂ ਕੋਣ ਜਿਹੜੇ ਕੋਣ 1 ਜਮਾ ਕੋਣ 2, ਇਹਨਾਂ ਦੋਵਾਂ ਕੋਣਾਂ ਦਾ ਜਿਹੜਾ ਜੋੜ ਆ ਉਹ ਆਪਣੇ ਕੋਲ ਕੀ ਹੋਊਗਾ, ਘੱਟ ਹੋਊਗਾ ਸਮਕੋਣਾਂ ਦੇ ਜੋੜ ਤੋਂ, ਦੋ ਸਮਕੋਣਾਂ ਦੇ ਜੋੜ ਤੋਂ ਘੱਟ ਹੋਊਗਾ, ਮਤਲਬ ਕਿ 180 ਡਿਗਰੀ ਤੋਂ ਘੱਟ ਹੋਵੇਗਾ। ਇਸ ਲਈ ਇਸ ਸਾਈਡ 'ਤੇ ਰੇਖਾਵਾਂ ਜੋ ਸਾਡੇ ਕੋਲ ਕੱਟ ਰਹੀਆਂ ਹਨ। ਸੋ ਵਿਦਿਆਰਥੀਓ, ਇਹ ਸੀ ਆਪਣੇ ਕੋਲ ਅਧਿਆਇ 5 ਦੀ ਪੂਰੀ ਜਾਣਕਾਰੀ, ਇੰਟਰੋਡਕਸ਼ਨ ਕੀਤੀ ਆ ਆਪਾਂ, ਜਿਸ ਵਿੱਚ ਆਪਾਂ ਸਾਰਾ ਚੰਗੀ ਤਰ੍ਹਾਂ ਸਿੱਖ ਲਿਆ। ਅਤੇ ਨੈਕਸਟ ਆਪਣੇ ਕੋਲ ਹੋਊਗੀ ਐਕਸਰਸਾਈਜ਼ 5.1।